ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ। ਮੋਹ ਠਗੌਲੀ ਪਾਈਅਨ, ਵਿਸਰਿਆ ਗੁਣ ਤਾਸ। ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ। ਮੋਹ ਠਗੌਲੀ ਪਾਈਅਨ, ਵਿਸਰਿਆ ਗੁਣ ਤਾਸ। ਮਤ ਜਾਣੋ ਜਗ ਜੀਵਦਾ, ਦੂਜੈ ਭਾਏ ਮੋਇ ਆਸ। ਜਿਨਿ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਣ ਨਾ ਮਿਲਨੀ ਪਾਸ। ਦੁਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਲੋਕਾਂ ਵਿੱਚ ਮੋਹ ਕਾਲਾ ਹੋਵਾ, ਅੰਦਰ ਉਭੇ ਸਾਸ। ਮਨ ਮੁਖਾ ਨੋ ਕੋ ਨਾ ਵਿਸਹੀ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾ ਨੋ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਮਨ ਮੁਖਾ ਨੋ ਕੋ ਨਾ ਵਿਸਹੀ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾ ਨੋ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾਂ ਹਜ਼ੂਰ, ਜਾਹਰਾਂ ਜਹੂਰ, ਸਰਬ ਕਲਾ ਭਰਪੂਰ। ਚਬਰ ਛਤਰ ਤਖਤ ਤੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਅਤੀ ਉੱਤਮ ਭਾਗ ਹਨ ਕਿ ਸਾਹਿਬਾਂ ਦੇ ਪਾਵਨ ਦਰਬਾਰ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਗੁਰਦੇਵ ਦੀ ਧੁਰ ਕੀ ਬਾਣੀ, ਅਕਾਲੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੁੰਦਿਆਂ ਗੁਰਦੇਵ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਪਾਵਨ ਹੁਕਮਨਾਮਾ ਆਪ ਜੀ ਨੇ ਹੁਣੇ ਹੁਣੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਆਓ ਕੁਝ ਸਮੇਂ ਲਈ ਮਨ ਔਰ ਬਿਰਤੀਆਂ ਇਕਾਗਰ ਕਰੀਏ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਇਹ ਪਾਵਨ ਸ਼ਲੋਕ ਉਚਾਰਨ ਕਰ ਰਹੇ ਨੇ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਸੋਰਠ ਦੀ ਵਾਰ ਚੋਂ
ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸਾਨੂੰ ਪ੍ਰਾਪਤ ਹੋਇਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 643 ਅੰਗ ਤੇ ਸੁਭਾਏਮਾਨ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਸ਼ਲੋਕ ਉਚਾਰਨ ਕਰ ਰਹੇ ਨੇ। ਪੂਰਬਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਮੁਤਾਬਕ ਲੇਖ ਲਿਖੇ ਜਾਂਦੇ ਨੇ। ਕਰਮਾਂ ਦੀ ਜਿਹੜੀ ਫਿਲਾਸਫੀ ਹੈ ਬੜੀ ਡੂੰਘੀ ਹੈ। ਕਰਮ ਨਿਰਣਾ ਕਰਦਿਆਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ 5 ਪਿਆਰਿਆਂ ਚੋਂ ਪਿਆਰੇ ਭਾਈ ਦਇਆ ਸਿੰਘ ਜੀ ਬਹੁਤ ਸੁੰਦਰ ਬਚਨ ਲਿਖਦੇ, ਉਚਾਰਦੇ। ਜਦੋਂ ਖਾਲਸੇ ਪੰਥ ਨੇ ਕਲਗੀਧਰ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰਕੇ ਸਾਨੂੰ ਬ੍ਰਹਮ ਗਿਆਨ ਦਾ ਨਿਰਣਾ ਕਰਾਓ, ਤਾਂ ਗੁਰਦੇਵ ਨੇ ਭਾਈ ਦਇਆ ਸਿੰਘ ਜੀ ਦੀ ਡਿਊਟੀ ਲਾਈ ਕਿ ਭਾਈ ਦਇਆ ਸਿੰਘ ਜੀ ਤੁਸੀਂ ਖਾਲਸੇ ਨੂੰ ਆਤਮ ਨਿਰਣਾ ਕਰਕੇ ਸਰਵਣ ਕਰਾਓ ਬਚਨ। ਤਾਂ ਭਾਈ ਦਇਆ ਸਿੰਘ ਜੀ ਨੇ ਕਰਮ ਨਿਰਣਾ ਕੀਤਾ। ਕਰਮ ਨਿਰਣਾ ਕਰਦਿਆਂ ਮਹਾਂਪੁਰਖਾਂ ਨੇ ਕਰਮਾਂ ਦੀ ਫਿਲਾਸਫੀ ਦਾ ਵਰਣਨ ਕੀਤਾ। ਕਰਮਾਂ ਦੀ ਜਿਹੜੀ ਗਤੀ ਹੈ ਬੜੀ ਗਹਿਨ ਹੈ। ਗਹਿਣੋ ਕਰਮ ਗਤੀ, ਕਰਮ ਗਤੀ ਬਹੁਤ ਡੂੰਘੀ ਹੈ। ਕਈ ਜਨਮਾਂ ਦੇ ਕਰਮ ਉਹ ਸਾਡੇ ਨਾਲ ਹੀ ਚੱਲਦੇ ਆ ਰਹੇ ਨੇ, ਉਹਨਾਂ ਦੇ ਮੁਤਾਬਕ ਸਾਡੇ ਸੰਸਕਾਰ ਬਣੇ ਹੋਏ ਆ, ਕਰਮਾਂ ਦੇ ਮੁਤਾਬਕ ਸਾਡੇ ਲੇਖ ਬਣਦੇ ਆ। ਮਹਾਂਪੁਰਖਾਂ ਨੇ 3 ਪ੍ਰਕਾਰ ਦੇ ਕਰਮ ਦੱਸੇ। ਇੱਕ ਨੇ ਕਿਰਿਆਮਾਨ ਕਰਮ, ਦੂਸਰੇ ਨੇ ਸੰਚਿਤ ਕਰਮ ਔਰ ਤੀਸਰੇ ਨੇ ਪ੍ਰਾਰਬਧ ਕਰਮ। ਕਿਰਿਆਮਾਨ ਕਰਮ, ਸੰਚਿਤ ਕਰਮ ਔਰ ਪ੍ਰਾਰਬਧ ਕਰਮ, ਇਹ 3 ਪ੍ਰਕਾਰ ਦੇ ਕਰਮ ਨੇ। ਜਿਹੜੇ ਪ੍ਰਾਰਬਧ ਕਰਮ ਨੇ ਇਹ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਨੂੰ ਭੋਗਣੇ ਪੈਂਦੇ ਆ। ਚਾਹੇ ਕੋਈ ਆਤਮ ਗਿਆਨੀ ਬ੍ਰਹਮ ਗਿਆਨੀ ਮਹਾਂਪੁਰਖ ਵੀ ਹੈ, ਉਸ ਨੂੰ ਵੀ ਆਪਣੇ ਪ੍ਰਾਰਬਧ ਕਰਮ ਭੋਗਣੇ ਪੈਂਦੇ ਆ। ਕਿਰਿਆਮਾਨ ਕਰਮ ਔਰ ਸੰਚਿਤ ਕਰਮ ਨਸ਼ਟ ਹੋ ਜਾਂਦੇ ਆ। ਜੇ ਕੋਈ ਸਵਾਲ ਕਰੇ ਕਿ ਜੇ ਕਰਮ ਭੋਗਣੇ ਹੀ ਪੈਂਦੇ ਹਨ ਤੇ ਫਿਰ ਸਾਧਨਾ ਕਰਨ ਦਾ, ਭਜਨ ਕਰਨ ਦਾ, ਗੁਰੂ ਘਰ ਆਉਣ ਦਾ, ਧਰਮ ਸਥਾਨਾਂ ਤੇ ਯਾਤਰਾ ਕਰਨ ਦਾ ਫਿਰ ਕੀ ਲਾਭ, ਜੇ ਕਰਮ ਤਾਂ ਭੋਗਣੇ ਹੀ ਪੈਣਗੇ। ਸਾਧਨਾ ਕਰਨ ਦਾ, ਭਜਨ ਕਰਨ ਦਾ, ਬੰਦਗੀ ਕਰਨ ਦਾ, ਸੰਗਤ ਕਰਨ ਦਾ, ਗੁਰਬਾਣੀ ਪੜ੍ਹਨ ਸੁਣਨ ਦਾ ਲਾਭ ਇਹ ਹੈ ਕਿ ਜਿਹੜੇ ਸਾਡੇ ਕਿਰਿਆਮਾਨ ਕਰਮ ਔਰ ਸੰਚਿਤ ਕਰਮ ਨੇ ਉਹ ਨਸ਼ਟ ਹੋ ਜਾਣਗੇ। ਇਹਦੇ ਲਈ ਭਾਈ ਦਇਆ ਸਿੰਘ ਜੀ ਨੇ ਉਦਾਹਰਣ ਦਿੱਤੀ। ਪਿਆਰੇ ਭਾਈ ਦਇਆ ਸਿੰਘ ਜੀ ਨੇ ਉਹ ਕਹਿਣ ਲੱਗੇ ਕਿ ਜਿਵੇਂ ਕਮਾਨ ਹੁੰਦੀ ਹੈ ਨਾ, ਕਮਾਨ ਦੀ ਤੰਦੀ ਉੱਤੇ ਤੀਰ ਚਾੜੇ, ਹਾਲੇ ਚਲਾਇਆ ਨਹੀਂ ਹੈ, ਤੰਦੀ ਉੱਤੇ ਚਾੜਿਆ ਹੋਇਆ, ਉਹਨੂੰ ਕਹਿੰਦੇ ਆ ਕਿਰਿਆਮਾਨ ਕਰਮ। ਇੱਕ ਤੀਰ ਉਹ ਨੇ ਜਿਹੜੇ ਪੱਥੇ ਵਿੱਚ ਪਏ ਹੋਏ ਨੇ, ਜਮਾ ਨੇ, ਚਲਾਏ ਨਹੀਂ, ਉਹਨੂੰ ਕਹਿੰਦੇ ਆ ਸੰਚਿਤ ਕਰਮ।
ਇੱਕ ਤੀਰ ਜਿਹੜਾ ਕਮਾਨ ਦੀ ਤੰਦੀ ਤੇ ਚਾੜ ਕੇ ਛੱਡ ਦਿੱਤਾ, ਜਿਹੜਾ ਛੱਡ ਦਿੱਤਾ ਉਹ ਤਾਂ ਹੁਣ ਕਿਤੇ ਨਾ ਕਿਤੇ ਜਾ ਕੇ ਜਿੰਨਾ ਚਿਰ ਉਹਦੇ 'ਚ ਬਲ ਹੈ ਉਹ ਹਵਾ ਚੁੱਡ ਕੇ ਉੱਥੇ ਜਾਏਗਾ ਹੀ ਨਾ, ਉਹਦਾ ਕੁਝ ਨਹੀਂ ਹੋ ਸਕਦਾ, ਉਹ ਤਾਂ ਚੱਲ ਗਿਆ। ਜਿਹੜਾ ਤੰਦੀ ਤੇ ਚਾੜਿਆ ਹੋਇਆ ਉਹਦੀ ਵੀ ਕਾਨੀ ਤੋੜੀ ਜਾ ਸਕਦੀ ਹੈ, ਉਹਨੂੰ ਸਾੜਿਆ ਜਾ ਸਕਦਾ ਹੈ। ਜਿਹੜੇ ਪੱਥੇ ਵਿੱਚ ਪਏ ਨੇ ਜਮਾ ਤੀਰ ਉਹ ਵੀ ਸਾੜ ਕੇ ਸਵਾਹ ਕੀਤੇ ਜਾ ਸਕਦੇ ਆ, ਪਰ ਜਿਹੜਾ ਤੀਰ ਚੱਲ ਗਿਆ ਹੈ ਉਹ ਤਾਂ ਹੁਣ ਨਿਸ਼ਾਨੇ ਤੇ ਲੱਗੇਗਾ। ਇਸੇ ਤਰ੍ਹਾਂ ਜਿਹੜੇ ਸਾਡੇ ਕਰਮ ਨੇ ਜਨਮ ਜਨਮਾਂਤਰਾਂ ਦੇ, ਕੁਝ ਨੇ ਸੰਚਿਤ ਕਰਮ ਜਮਾ ਪੱਥੇ 'ਚ ਤੀਰਾਂ ਦੇ ਮਾਨੰਦ ਪਏ ਹੋਏ ਨੇ, ਭਜਨ ਕਰਦਿਆਂ ਉਹ ਵੀ ਸੜ ਕੇ ਸਵਾਹ ਹੋ ਜਾਣਗੇ। ਇੱਕ ਆ ਕਿਰਿਆਮਾਨ ਕਰਮ ਜਿਹੜੇ ਹੁਣ ਆਪਾਂ ਨਾਲ ਨਾਲ ਕੰਟੀਨਿਊ ਕਰ ਰਹੇ ਹਾਂ, ਇਹ ਉਹ ਨੇ ਜਿਹੜੇ ਤੰਦੀ ਤੇ ਚਾੜੇ ਹੋਏ ਤੀਰ ਦੇ ਤੁੱਲ ਨੇ, ਇਹ ਵੀ ਸੜ ਕੇ ਸਵਾਹ ਹੋ ਸਕਦੇ ਆ। ਪਰ ਇੱਕ ਸਾਡਾ ਇਹ ਸਰੀਰ ਬਣ ਚੁੱਕਾ ਹੈ ਜਿਹੜਾ ਤੀਰ ਨਿਕਲ ਗਿਆ, ਜਿਹਨੂੰ ਪ੍ਰਾਰਬਧ ਕਰਮ ਕਹਿੰਦੇ ਆ, ਇਹ ਤਾਂ ਹੁਣ ਸਾਨੂੰ ਭੋਗਣਾ ਹੀ ਪਵੇਗਾ। ਪ੍ਰਾਰਬਧ ਕਰਮ ਭੋਗਣੇ ਹੀ ਪੈਣਗੇ, ਨਸ਼ਟ ਨਹੀਂ ਹੋਣਗੇ। ਇਹਨਾਂ ਪ੍ਰਾਰਬਧ ਕਰਮਾਂ ਦੇ ਬਾਬਤ ਹੀ ਸਾਹਿਬ ਨੇ ਬਚਨ ਲਿਖੇ ਨੇ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਹੇ ਸਖੀ, ਇਹ ਲੇਖ ਨਹੀਂ ਮਿਟਣੇ ਜੋ ਕਰਤਾਰ ਨੇ ਲਿਖ ਦਿੱਤੇ ਨੇ। ਹੁਣ ਕੋਈ ਸਵਾਲ ਫਿਰ ਕਰੇ, ਜੇ ਲੇਖ ਮਿਟਦੇ ਹੀ ਨਹੀਂ ਫਿਰ ਗੁਰੂ ਸ਼ਰਨ ਚ ਆਉਣ ਦਾ ਲਾਭ ਕੀ ਹੈ? ਗੁਰੂ ਸ਼ਰਨ ਚ ਆ ਕੇ ਫਿਰ ਸਾਨੂੰ ਨਮਸਕਾਰ ਕਰਨ ਦਾ, ਬਾਣੀ ਪੜ੍ਹਨ ਦਾ, ਭਜਨ ਕਰਨ ਦਾ ਕੀ ਲਾਭ ਹੈ ਜੇ ਲੇਖ ਨਹੀਂ ਮਿਟਦੇ? ਪਰਮੇਸ਼ਰ ਅਕਾਲ ਪੁਰਖ ਜਿਹੜਾ ਕਾਨੂੰਨ ਬਣਾ ਦਿੰਦਾ ਨਾ, ਉਹ ਮਰਿਆਦਾ ਵਿੱਚ ਬੱਧ ਹੋ ਕੇ ਬਣਾ ਦਿੱਤਾ, ਉਹਨੇ ਲਿਖ ਦਿੱਤਾ। ਹੁਣ ਅਕਾਲ ਪੁਰਖ ਖੁਦ ਆਪਣੇ ਲਿਖੇ ਨੂੰ ਕਿਵੇਂ ਮਿਟਾਵੇ? ਆਖੋ ਸਤਿਨਾਮ ਸ੍ਰੀ। ਜਦੋਂ ਪਰਮੇਸ਼ਰ ਨੇ ਖੁਦ ਆਪ ਲਿਖ ਦਿੱਤੇ ਤੇ ਪਰਮੇਸ਼ਰ ਆਪਣੇ ਲਿਖੇ ਨੂੰ ਕਿਵੇਂ ਮਿਟਾਵੇ? ਪਰਮੇਸ਼ਰ ਦੀ ਹੀ ਸੱਤਾ ਪ੍ਰਾਪਤ ਕਰਕੇ ਗੁਰੂ ਇਸ ਸੰਸਾਰ ਦੇ ਵਿੱਚ ਆਉਂਦਾ ਹੈ। ਗੁਰੂ ਸੁਤੰਤਰ ਹੈ, ਉਹਨਾਂ ਲਿਖੇ ਹੋਏ ਲੇਖਾਂ ਨੂੰ ਮਿਟਾਉਣ ਦੀ ਤਾਕਤ ਗੁਰੂ ਰੱਖਦਾ ਹੈ। ਗੁਰੂ ਵਿੱਚ ਇਹ ਸਮਰੱਥਾ ਹੈ। ਪਰਮੇਸ਼ਰ ਨੇ ਜਦੋਂ ਆਪ ਹੀ ਲਿਖ ਦਿੱਤਾ ਤੇ ਆਪਣੇ ਲਿਖੇ ਨੂੰ ਆਪ ਕਿਵੇਂ ਮਿਟਾਵੇ? ਨਹੀਂ ਮਿਟਾ ਸਕਦਾ। ਪਰ ਪਰਮੇਸ਼ਰ ਦੀ ਸੱਤਾ ਪ੍ਰਾਪਤ ਕਰਕੇ ਗੁਰੂ ਆਇਆ ਹੈ ਸੰਸਾਰ ਚੋਂ, ਸੁਤੰਤਰ ਹੈ। ਗੁਰੂ ਕੋਲੇ ਸਮਰੱਥਾ ਹੈ ਕਿ ਉਹਨਾਂ ਲਿਖੇ ਹੋਏ ਲੇਖਾਂ ਨੂੰ ਮਿਟਾਉਣ ਦੀ ਤਾਕਤ ਸਤਿਗੁਰੂ ਜੀ ਰੱਖਦੇ ਆ, ਗੁਰਦੇਵ ਰੱਖਦੇ ਆ। ਇਸ ਕਰਕੇ ਅਸੀਂ ਗੁਰੂ ਸ਼ਰਨ ਚਾਹੁੰਦੇ ਹਾਂ, ਗੁਰੂ ਦੀ ਪਨਾਹ ਚਾਹੁੰਦੇ ਹਾਂ। ਤੇ ਗੁਰੂ ਦੀ ਸ਼ਰਨ ਚ ਆ ਕੇ ਸਾਡੇ ਸੰਚਿਤ ਕਰਮ ਤੇ ਕਿਰਿਆਮਾਨ ਕਰਮ ਇਹ ਸਾਰੇ ਸੜ ਕੇ ਸਵਾਹ ਹੋ ਜਾਂਦੇ ਆ। ਏਦਾਂ ਕਹਿ ਸਕਦੇ ਹਾਂ ਵੀ ਇਹ ਜਿਹੜੇ ਬੀਜ ਨੇ ਇਹ ਸੜ ਕੇ ਦਗਧ ਹੋ ਜਾਂਦੇ ਨੇ, ਭੁੰਨੇ ਹੋਏ ਬੀਜ ਹੋ ਜਾਂਦੇ ਨੇ। ਜਿਹੜਾ ਬੀਜ ਭੁੰਨ ਦਿਓ ਅੱਗ ਤੇ ਰੱਖ ਕੇ, ਉਗਦਾ ਤਾਂ ਨਹੀਂ ਨਾ। ਇਹ ਜਿੰਨੇ ਸਾਡੇ ਕਰਮ ਨੇ ਫਿਰ ਇਹ ਭੁੱਜ ਜਾਂਦੇ ਆ ਬਾਣੀ ਨਾਲ, ਭਜਨ ਨਾਲ, ਸਿਮਰਨ ਨਾਲ। ਜਦੋਂ ਇਹ ਸਾਰੇ ਕਰਮ ਭੁੱਜ ਜਾਂਦੇ ਨੇ ਤਾਂ ਫਿਰ ਇਹ ਦੁਬਾਰਾ ਅੰਕੁਰਿਤ ਨਹੀਂ ਹੁੰਦੇ, ਦੁਬਾਰਾ ਉਗਦੇ ਨਹੀਂ, ਦੁਬਾਰਾ ਫਲ ਨਹੀਂ ਦਿੰਦੇ। ਪਰ ਜਿਹੜੀ ਪਰਾਲਬਧ ਆ ਉਹ ਤਾਂ ਸਾਡੇ ਸਰੀਰ ਵਿੱਚ ਹੈ ਹੀ ਹੈ। ਜਿੰਨੀ ਕੁ ਹੈ ਉਹ ਸਾਨੂੰ ਭੋਗਣੀ ਪੈਣੀ ਹੈ ਦੁੱਖ ਸੁੱਖ ਦੇ ਰੂਪ ਚ। ਸਾਡੇ ਹੀ ਕਰਮਾਂ ਦਾ ਬੀਜ ਹੈ, ਸਾਡੇ ਹੀ ਕਰਮਾਂ ਦਾ ਫਲ ਹੈ। ਸਾਧੂ ਇਹ ਸੰਸਾਰ ਦੇ ਵਿੱਚ ਪਰਮੇਸ਼ਰ ਦਾ ਭਜਨ ਕਰਦੇ ਆ, ਤੁਰਿਆ ਪਦ ਤੱਕ ਜਾ ਪਹੁੰਚਦੇ ਆ। ਪਰ ਉਹ ਸਾਧੂ ਵੀ ਕਰਮ ਕਰ ਰਹੇ ਨਜ਼ਰ ਆਉਂਦੇ ਨੇ। ਸਾਧੂ ਅੰਮ੍ਰਿਤ ਵੇਲੇ ਉੱਠਦੇ ਨੇ, ਸਾਧੂ ਬਾਣੀ ਪੜ੍ਹਦੇ ਆ, ਸਾਧੂ ਭਜਨ ਕਰਦੇ ਆ, ਪਰਉਪਕਾਰ ਕਰਦੇ ਆ। ਕਿ ਫਿਰ ਉਹ ਜਿਹੜੇ ਕੀਤੇ ਹੋਏ ਕਰਮ ਨੇ ਉਸ ਸਾਧੂ ਨੂੰ ਭੋਗਣੇ ਪੈਣਗੇ? ਕਰ ਰਿਹਾ। ਫਿਰ ਸਾਧੂ ਦੇ ਵੀ ਤਾਂ ਪੂਰਬਲੇ ਜਨਮਾਂ ਦੇ ਸੰਚਿਤ ਕਰਮ ਵੀ ਹੋਣਗੇ। ਤਾਂ ਮਹਾਂਪੁਰਖ ਇਉਂ ਦੱਸਦੇ ਐ, ਭਜਨ ਕਰਨ ਵਾਲੇ ਮਹਾਂਪੁਰਖਾਂ ਸਾਧੂਆਂ ਦੇ ਜਿਹੜੇ ਸ਼ੁਭ ਕਰਮ ਨੇ ਉਹ ਉਹਨਾਂ ਦੀ ਉਸਤਤ ਕਰਨ ਵਾਲੇ ਲੈ ਜਾਂਦੇ ਆ, ਉਹਨਾਂ ਦੀ ਉਪਮਾ ਕਰਨ ਵਾਲੇ ਲੈ ਜਾਂਦੇ ਆ। ਔਰ ਸਾਧੂ ਦੇ ਅਗਰ ਕੋਈ ਮਲਨ ਕਰਮ ਹੋਏ ਨੇ ਪੂਰਬਲੇ ਜਨਮਾਂ 'ਚ, ਉਹ ਮਲਨ ਕਰਮ ਉਹਨਾਂ ਦੀ ਨਿੰਦਾ ਕਰਨ ਵਾਲੇ ਲੈ ਜਾਂਦੇ ਆ। ਏਦਾਂ ਦੋਨਾਂ ਪੁੰਨ ਤੇ ਪਾਪ ਕਰਮਾਂ ਤੋਂ ਰਹਿਤ ਹੋ ਕੇ ਸਾਧੂ ਉਸ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ 'ਚ ਅਭੇਦ ਹੋ ਜਾਂਦੇ। ਕਿਉਂਕਿ ਜੇ ਦੋਨਾਂ 'ਚੋਂ ਇੱਕ ਵੀ ਰਹਿ ਗਿਆ
ਫਿਰ ਵੀ ਭੋਗਣੇ ਪੈਣਗੇ। ਇਸ ਕਰਕੇ ਉਹ ਪੁੰਨ ਕਰਮਾਂ ਤੋਂ ਵੀ ਰਹਿਤ ਹੋ ਜਾਂਦੇ ਆ ਤੇ ਪਾਪ ਕਰਮਾਂ ਤੋਂ ਵੀ ਰਹਿਤ ਹੋ ਜਾਂਦੇ ਆ। ਮਹਾਂਪੁਰਖਾਂ ਸਾਧੂਆਂ ਦੀ ਨਿੰਦਾ ਕਰਨ ਵਾਲੇ ਉਹਨਾਂ ਦੇ ਪਾਪ ਲੈ ਜਾਂਦੇ ਆ, ਔਰ ਉਪਮਾ ਕਰਨ ਵਾਲੇ ਉਹਨਾਂ ਦੇ ਪੁੰਨ ਲੈ ਜਾਂਦੇ ਆ। ਸੰਸਾਰ ਦੇ ਵਿੱਚ ਸਾਧੂਆਂ ਦੀ ਨਿੰਦਾ ਵੀ ਕਰਦੇ ਆ। ਕਬੀਰ ਜੀ ਜੈਸੇ ਮਹਾਂਪੁਰਖਾਂ ਦੀ ਵੀ ਲੋਕਾਂ ਨਿੰਦਾ ਕੀਤੀ, ਤਦੇ ਉਹਨਾਂ ਨੂੰ ਕਹਿਣਾ ਪਿਆ, ਹਾਂ ਵੀ ਕਰੋ, ਕਿਉਂਕਿ ਤੁਸੀਂ ਮੇਰੇ ਜਿੰਨੇ ਪਾਪ ਕਰਮ ਨੇ ਸਭ ਖੋਹ ਕੇ ਲੈ ਕੇ ਜਾ ਰਹੇ ਹੋ, ਮੇਰੇ ਕੱਪੜੇ ਧੋ ਰਹੇ ਹੋ, ਤੁਹਾਡਾ ਧੰਨਵਾਦ ਹੈ। ਤੇ ਉਪਮਾ ਕਰਨ ਵਾਲੇ ਪੁੰਨ ਕਰਮ ਲੈ ਜਾਂਦੇ। ਫਿਰ ਉਹਨਾਂ ਲਈ ਇਹ ਬਚਨ ਹੈ, ਪਾਪ ਪੁੰਨ ਦੋ ਭਈ ਕਹਾਵਤ। ਉਹਨਾਂ ਲਈ ਫਿਰ ਪਾਪ ਤੇ ਪੁੰਨ ਕਹਿਵਤ ਮਾਤਰ ਹੀ ਰਹਿ ਜਾਂਦੇ ਹੈ। ਤੋ ਸਾਡੇ ਜਿਹੜੀ ਪਰਾਲਬਧ ਕਰਮਾਂ ਦਾ ਭੋਗ ਹੈ ਜੋ ਅਸੀਂ ਕਰ ਰਹੇ ਹਾਂ, ਇਹ ਸਾਡੇ ਪੂਰਬਲੇ ਜਨਮਾਂ ਦੇ ਕੀਤੇ ਮੁਤਾਬਕ ਕਰਮਾਂ ਦੇ ਲੇਖ ਲਿਖੇ ਨੇ, ਅਸੀਂ ਉਹ ਕਰ ਰਹੇ ਹਾਂ। ਮਹਾਰਾਜ ਭਗਤ ਤਰਲੋਚਨ ਜੀ ਮਹਾਰਾਜ ਜੀ ਨੇ ਰਾਗ ਧਨਾਸਰੀ ਵਿੱਚ ਕਰਮਾਂ ਦੀ ਗਤੀ ਲਿਖੀ। ਉਹਨਾਂ ਨੇ ਬਹੁਤ ਉਦਾਹਰਣਾਂ ਦਿੱਤੀਆਂ। ਜੋ ਸ਼ਬਦ ਦੀ ਵਿਆਖਿਆ ਕਰੀਏ ਤਾਂ ਕਈ ਘੰਟੇ ਲੱਗ ਜਾਣ। ਇੱਕ ਇੱਕ ਸਾਖੀ, ਇੱਕ ਇੱਕ ਪ੍ਰਮਾਣ ਉਹਨਾਂ ਨੇ ਦਿੱਤਾ ਹੈ। ਕਹਿੰਦੇ ਨਾਰਾਇਣ ਨਿੰਦਸ ਕਾਏ ਭੂਲੀ ਗਾ ਵਾਰੀ, ਦੁਕ੍ਰਿਤ ਸੁਕ੍ਰਿਤ ਥਾਰੂ ਕਰ ਮਰੀ। ਐ ਗਵਾਰ, ਕਿਉਂ ਉਸ ਨਾਰਾਇਣ ਦੀ, ਪਰਮੇਸ਼ਰ ਦੀ ਨਿੰਦਾ ਕਰਦੀ ਹੈ? ਤੇਰੇ ਆਪਣੇ ਹੀ ਕੀਤੇ ਕਰਮ ਨੇ, ਦੁਕ੍ਰਿਤ ਵੀ ਸੁਕ੍ਰਿਤ ਵੀ, ਚੰਗੇ ਵੀ ਤੇ ਮਾੜੇ ਵੀ। ਦੁਕ੍ਰਿਤ ਕਹਿੰਦੇ ਮਾੜੇ ਕਰਮਾਂ ਨੂੰ, ਸੁਕ੍ਰਿਤ ਕਹਿੰਦੇ ਆ ਚੰਗੇ ਕਰਮਾਂ ਨੂੰ, ਤੇਰੇ ਆਪਣੇ ਨੇ। ਅੱਗੇ ਬਹੁਤ ਉਦਾਹਰਣਾਂ ਦਿੰਦੇ। ਸ਼ੰਕਰਾ ਮਸਤਕ ਵਸਤਾ ਲਹੈ ਨਾ ਪਾਰਰੀ। ਹਨੂਮਾਨ ਸੂਰਜ ਦਾ ਪ੍ਰਮਾਣ ਕਿ ਕਿਵੇਂ ਕਿਵੇਂ ਉਹਨਾਂ ਨੂੰ ਵੀ ਆਪਣੇ ਕਰਮ ਭੋਗਣੇ ਪਏ। ਪਰਾਲਬਧ ਕਰਮ ਜਦੋਂ ਬਣ ਜਾਂਦੇ ਆ ਉਹ ਭੋਗਣੇ ਪੈਂਦੇ ਆ। ਭੋਗੇ ਬਿਨ ਨਾਸੈ ਨਹੀਂ ਕਰਮ ਗਤੀ ਬਲਵਾਨ। ਪ੍ਰਾਰਬਧ ਕਰਮ ਭੋਗੇ ਬਿਨਾ ਨਸ਼ਟ ਨਹੀਂ ਹੁੰਦੇ, ਭੋਗੇ ਬਿਨਾ ਨਸ਼ਟ ਨਹੀਂ ਹੁੰਦੇ, ਭੋਗਣੇ ਪੈਂਦੇ ਆ। ਪਰ ਹਾਂ, ਗੁਰੂ ਸ਼ਰਨ ਵਿੱਚ ਆ ਕੇ ਸਤਿਗੁਰੂ ਜੀ ਇਹ ਦਇਆ ਕਰ ਦਿੰਦੇ ਨੇ ਕਿ ਉਹ ਸੂਲੀ ਦਾ ਦੁੱਖ ਸੂਲ 'ਚ ਕੱਟ ਦਿੰਦੇ ਆ। ਆਖੋ ਸਤਿਨਾਮ ਸ੍ਰੀ। ਸੂਲੀ ਦਾ ਦੁੱਖ ਸੂਲ 'ਚ ਕੱਟ ਦਿੰਦੇ ਆ, ਬਹੁਤੇ ਨੂੰ ਥੋੜਾ ਕਰ ਦਿੰਦੇ ਆ। ਭੋਗਣਾ ਦਾ ਪੈਂਦਾ ਹੀ ਆ, ਪ੍ਰਾਰਬਧ ਹੈ। ਤੋ ਪ੍ਰਾਰਬਧ ਕਰਮਾਂ ਦਾ ਭੋਗ ਹੀ ਅਸੀਂ ਸਾਰੇ ਭੋਗ ਰਹੇ ਹਾਂ। ਭਗਤ ਸਦਨਾ ਜੀ ਨੂੰ ਵੀ ਕਹਿਣਾ ਪਿਆ, ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਣ ਕਤ ਜਾਈਐ ਜਿਉ ਜੰਬਕ ਗ੍ਰਸ ਹੈ। ਹੇ ਵਾਹਿਗੁਰੂ, ਤੇਰੇ ਗੁਣ ਗਾਇਨ ਕਰਨ ਦਾ ਕੀ ਲਾਭ ਹੈ ਜੇ ਮੇਰੇ ਕਰਮ ਹੀ ਨਸ਼ਟ ਨਹੀਂ ਹੁੰਦੇ? ਸ਼ੇਰ ਦੀ ਸ਼ਰਨ 'ਚ ਜਾਣ ਦਾ ਕੀ ਲਾਭ ਜੇ ਗਿੱਦੜਾਂ ਦਾ ਹੀ ਡਰ ਰਹਿਣਾ, ਗਿੱਦੜਾਂ ਦਾ ਹੀ ਭੈ ਰਹਿਣਾ? ਕਿਉਂਕਿ ਪ੍ਰਾਰਬਧ ਕਰਮ ਤਾਂ ਸਤਿਪੁਰਖਾਂ ਮਹਾਂਪੁਰਖਾਂ ਨੂੰ ਵੀ ਭੋਗਣੇ ਪੈਂਦੇ। ਭਾਈ ਭਗਤੂ ਜੀ ਕੈਸੀ ਉੱਚ ਅਵਸਥਾ ਦੇ ਮਾਲਕ ਮਹਾਂਪੁਰਖ ਹੋਏ, ਜਿਨ੍ਹਾਂ ਦਾ ਜਨਮ ਸੋਢੀ ਸੁਲਤਾਨ ਪਾਤਸ਼ਾਹ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਨਾਲ ਹੋਇਆ। ਜਦੋਂ ਇਹਨਾਂ ਦੀ ਮਾਤਾ ਜੀ ਨੇ ਆ ਕੇ ਵਰ ਮੰਗਿਆ ਸੀ, ਸੋਨੇ ਦੀ ਮਧਾਣੀ ਹੋਵੇ, ਪੋਤ ਨੂੰਹ ਨੂੰ ਰਿੜਕਦੀ ਵੇਖਾਂ, ਤਾਂ ਉਦੋਂ ਇਸੇ ਮਹਾਂਪੁਰਖ ਦੇ ਜਨਮ ਦਾ ਵਰ ਚੌਥੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ। ਸਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਤੱਕ ਭਾਈ ਭਗਤੂ ਜੀ ਨੇ ਗੁਰੂ ਘਰ ਦੀ ਸੇਵਾ ਟਹਿਲ ਕਮਾਈ, ਬਹੁਤ ਉੱਚ ਅਵਸਥਾ ਤੱਕ ਪਹੁੰਚੇ। ਜਦੋਂ ਅਖੀਰਲਾ ਸਮਾਂ ਆਇਆ, ਅਤੀਸਾਰ ਲੱਗ ਗਏ। ਅਤੀਸਾਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦਸਤ ਲੱਗ ਗਏ, ਮੰਜੇ ਦੇ ਉੱਤੇ ਪੈ ਗਏ। ਉਹਨਾਂ ਦੇ ਸੇਵਕ ਸ਼ਰਧਾਲੂ ਕਹਿਣ ਲੱਗੇ ਕਿ ਭਾਈ ਸਾਹਿਬ, ਆਪ ਐਸੀ ਉੱਚ ਅਵਸਥਾ ਦੇ ਮਹਾਂਪੁਰਖ ਮਾਲਕ ਹੋ, ਆਪ ਜੀ ਨੂੰ ਵੀ ਇੰਨੇ ਕਸ਼ਟ ਸਰੀਰ ਤੇ ਸਹਾਰਨੇ ਪੈ ਰਹੇ ਨੇ, ਇੰਨਾ ਦੁੱਖ ਸਹਾਰਨਾ ਪੈ ਰਿਹਾ, ਤੇ ਸਾਡੇ ਵਰਗੇ ਜੀਆਂ ਜਨਤਾ ਦਾ ਕੀ ਹਾਲ ਹੋਵੇਗਾ? ਤਾਂ ਮਹਾਂਪੁਰਖ ਭਾਈ ਭਗਤੂ ਜੀ ਨੇ ਜਵਾਬ ਦਿੱਤਾ ਸੀ ਉਹਨਾਂ ਆਪਣੇ ਸੇਵਕਾਂ ਨੂੰ। ਕਹਿਣ ਲੱਗੇ, ਭਾਈ ਇਹ ਕਰਮ ਗਤੀ ਹੈ, ਇਹ ਕਰਮਾਂ ਦਾ ਲੇਖਾ ਜੋਖਾ ਨਿਬੇੜ ਰਿਹਾ ਤਾਂ ਜੋ ਮੁੜ ਕੇ ਸੰਸਾਰ ਵਿੱਚ ਇਹ ਕਰਮ ਭੋਗਣ ਲਈ ਨਾ ਹੋਣਾ ਪਵੇ। ਇਹ ਲੇਖਾ ਜੋਖਾ ਨਿਬੜ ਰਿਹਾ, ਇਹ ਹਿਸਾਬ ਕਿਤਾਬ ਸਾਫ਼ ਹੋ ਰਿਹਾ। ਤੋ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਮੁਤਾਬਕ ਸਾਡੇ ਲੇਖ ਬਣਦੇ। ਪੂਰਬ ਲਿਖਿਆ ਕਮਾਵਣਾ, ਜੋ ਸਾਡੇ ਪੂਰਬਲੇ ਜਨਮਾਂ ਦੇ ਕੀਤੇ ਕਰਮ ਨੇ ਉਹਦੇ ਮੁਤਾਬਕ ਹੀ
ਅਸੀਂ ਕਰਮ ਕਮਾਉਂਦੇ। ਆਪ ਜੀ ਇਸ ਵੇਲੇ ਸੰਗਤ 'ਚ ਆ ਕੇ ਜੁੜ ਕੇ ਬੈਠੇ ਹੋ, ਕੀ ਜਾਣਦੇ ਹੋ? ਕਿਉਂ ਆਏ ਹਾਂ ਆਪਾਂ ਸਾਰੇ ਗੁਰੂ ਸਾਹਿਬ ਦੀ ਹਜ਼ੂਰੀ 'ਚ? ਕਿਵੇਂ ਆ ਗਏ ਹਾਂ? ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮ ਹੀ ਅੰਕੁਰਿਤ ਹੋਏ ਨੇ, ਫਲੀਭੂਤ ਹੋਏ ਨੇ, ਤਦੇ ਆ ਕੇ ਸਤਿਗੁਰਾਂ ਦੀ ਸੰਗਤ ਵਿੱਚ ਗੁਰੂ ਪਾਤਸ਼ਾਹ ਦੀ ਸ਼ਰਨ 'ਚ ਜੁੜ ਕੇ ਬੈਠੇ। ਵਡਭਾਗੀ ਸਾਧ ਸੰਗ ਪ੍ਰਾਪਤ, ਵੱਡਿਆਂ ਭਾਗਾਂ ਕਰਕੇ ਪੂਰਬਲੇ ਜਨਮਾਂ ਦੇ ਕਰਮ ਚੰਗੇ ਸੀ, ਤੋ ਗੁਰੂ ਸਾਹਿਬ ਜੀ ਦੀ ਸੰਗਤ 'ਚ ਆ ਗਏ ਹਾਂ, ਤੋ ਪੂਰਬ ਲਿਖਿਆ ਕਮਾਵਣਾ। ਹਾਂਜੀ, ਜੇ ਕਰਤਾ ਆਪ ਲਿਖਿਆਸ, ਕਹਿੰਦੇ ਤਾਂ ਇਹੀ ਕਮਾਉਣੇ ਪੈਣਗੇ, ਇਹਨਾਂ ਮੁਤਾਬਕ ਜਿਹੜੇ ਸੰਸਕਾਰ ਬਣੇ ਨੇ ਉਹ ਸਾਨੂੰ ਭੋਗਣੇ ਪੈਣਗੇ। ਕਿਉਂ? ਕਿਉਂਕਿ ਕਰਤੇ ਨੇ ਪਰਮੇਸ਼ਰ ਨੇ, ਅਕਾਲ ਪੁਰਖ ਨੇ ਖੁਦ ਆਪ ਸਾਡੇ ਕੀਤੇ ਕਰਮਾਂ ਮੁਤਾਬਕ ਇਹ ਲੇਖ ਲਿਖੇ ਨੇ। ਖੁਦ ਆਪ ਉਸ ਨਿਰੰਕਾਰ ਵਿਧਾਤੇ ਨੇ ਸਾਡੇ ਇਹ ਲੇਖ ਲਿਖੇ ਆ। ਇਸ ਕਰਕੇ ਮਹਾਂਪੁਰਖ ਕਹਿੰਦੇ ਵੀ ਜਦੋਂ ਵੀ ਤੁਸੀਂ ਹੁਣ ਇਸ ਸਰੀਰ 'ਚ ਰਹਿ ਕੇ ਕੋਈ ਕਰਮ ਕਰ ਰਹੇ ਹੋ ਨਾ, ਤੇ ਕਾਮਨਾ ਰਹਿਤ ਹੋ ਕੇ ਕਰੋ। ਤੁਸੀਂ ਭਾਵੇਂ ਕੋਈ ਪੁੰਨ ਕਰਮ ਕਰਦੇ ਹੋ, ਭਲਾ ਕਰਮ ਕਰਦੇ ਹੋ, ਬਾਣੀ ਪੜ੍ਹਦੇ ਹੋ, ਸਤਸੰਗਤ ਕਰਦੇ ਹੋ, ਨਿਸ਼ਕਾਮ ਹੋ ਕੇ ਕਰੋ। ਭਗਵਾਨ ਕ੍ਰਿਸ਼ਨ ਜੀ ਨੇ ਵੀ ਅਰਜਨ ਨੂੰ ਗੀਤਾ 'ਚ ਉਪਦੇਸ਼ ਦਿੰਦੇ ਬਚਨ ਕਹੇ, ਅਰਜਨ ਕਰਮ ਕਰ, ਕਰਮ ਕਰਕੇ ਫਲ ਦੀ ਇੱਛਾ ਨਾ ਰੱਖੀ। ਹਰ ਕਰਮ ਕਰਦਾ ਕਰਦਾ ਉਹ ਕਰਮ ਮੇਰੇ ਚਰਨਾਂ 'ਚ ਜਿਵੇਂ ਕੋਈ ਫੁੱਲ ਭੇਟਾ ਕਰੀਦੇ ਨੇ, ਏਦਾਂ ਭੇਟ ਕਰਦਾ ਚੱਲ। ਕਿਉਂਕਿ ਜਦੋਂ ਕਰਮ ਕਰਕੇ ਕਾਮਨਾ ਕਰਾਂਗੇ ਫਿਰ ਬੰਧਨ ਬਣੇਗਾ, ਫਿਰ ਉਹ ਬੰਧਨ ਦਾ ਕਾਰਨ ਬਣੇਗਾ। ਕੋਈ ਵੀ ਕਰਮ ਕਰਦੇ ਆ ਕਾਮਨਾ ਸਹਿਤ ਕਰਮ ਕਰਾਂਗੇ ਫਿਰ ਉਹ ਬੰਧਨ ਦਾ ਕਾਰਨ ਬਣੇਗਾ। ਇਸ ਕਰਕੇ ਹਰ ਕਰਮ ਕਰਦਿਆਂ ਨਿਸ਼ਕਾਮ ਹੋ ਜਾਓ। ਬਾਣੀ ਪੜ੍ਹੀ ਹੈ, ਸਤਿਗੁਰੂ ਤੁਹਾਡੀ ਬਾਣੀ ਤੁਸੀਂ ਆਪ ਕਿਰਪਾ ਕਰਕੇ ਪੜ੍ਹਵਾਈ ਹੈ, ਮੇਰੇ 'ਚ ਕੀ ਤਾਣ ਹੈ। ਅਕਸਰ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਜੀ ਫਲਾਣੇ ਗੁਰਸਿੱਖ ਦੀ ਬਹੁਤ ਕਮਾਈ ਹੈ, ਅਮਕੇ ਸਿੱਖ ਦੀ ਬਹੁਤ ਕਮਾਈ ਹੈ। ਖਾਲਸਾ ਜੀ, ਕਮਾਈ ਤਾਂ ਗੁਰੂ ਨਾਨਕ ਸਾਹਿਬ ਕਰ ਗਏ ਨੇ, ਆਪਾਂ ਤਾਂ ਖਾਣ ਵਾਲੇ ਹਾਂ। ਆਖੋ ਸਤਿਨਾਮ ਸ੍ਰੀ। ਖਾਣ ਵਾਲੇ ਦੀ ਕੀ ਕਮਾਈ ਬਈ? ਆਪਾਂ ਖਾਣ ਵਾਲੇ ਹਾਂ, ਕਮਾਈ ਤਾਂ ਸਾਹਿਬ ਕਰ ਗਏ। ਕਲਗੀਧਰ ਪਾਤਸ਼ਾਹ ਨੇ ਕੀਤੀ, ਮਹਾਰਾਜ 10 ਪਾਤਸ਼ਾਹੀਆਂ ਨੇ ਕਮਾਈ ਕੀਤੀ ਹੈ। ਉਹਨਾਂ ਦੀ ਕਮਾਈ ਅਸੀਂ ਖਾ ਰਹੇ ਹਾਂ, ਅਸੀਂ ਪੁੰਜ ਰਹੇ ਹਾਂ। ਸਾਡੀ ਕਾਹਦੀ ਕਮਾਈ, ਸਾਡੀ ਕਾਹਦੀ ਕਾਲਣਾ? ਇਹ ਭਾਵਨਾ ਹੋਣੀ ਚਾਹੀਏ। ਕੋਈ ਵੀ ਕਰਮ ਕਰਦਿਆਂ ਮਨ 'ਚ ਨਿਸ਼ਕਾਮ ਭਾਵ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਦੋਂ ਨਿਸ਼ਕਾਮ ਹੋ ਕੇ ਕਰਮ ਕਰਾਂਗੇ, ਕਾਮਨਾ ਰਹਿਤ ਹੋ ਕੇ ਕਰਮ ਕਰਾਂਗੇ, ਫਿਰ ਉਹਨਾਂ ਕਰਮਾਂ ਦਾ ਭੋਗ ਨਹੀਂ ਭੋਗਣਾ ਪਵੇਗਾ। ਕਿਉਂਕਿ ਜੇ ਤੁਸੀਂ ਸ਼ੁਭ ਕਰਮ ਕਰਦਿਆਂ ਕਾਮਨਾ ਕਰਦੇ ਹੋ ਤੇ ਫਿਰ ਮਲਨ ਕਰਮ ਕਰਦਿਆਂ ਵੀ ਤਾਂ ਸਾਨੂੰ ਉਹ ਵੀ ਭੋਗ ਭੋਗਣੇ ਪੈਣੇ। ਮਲਨ ਭਾਵ ਵੀ ਤਾਂ ਹਿਰਦੇ 'ਚ ਫੁਰ ਆਉਂਦੇ ਆ ਨਾ, ਹਿਰਦਾ ਸ਼ੁੱਧ ਨਹੀਂ ਹੁੰਦਾ। ਹਿਰਦੇ ਦੀ ਸ਼ੁੱਧੀ ਨਿਸ਼ਕਾਮ ਕਰਮਾਂ ਦੁਆਰਾ ਹੁੰਦੀ ਹੈ। ਕਾਮਨਾ ਤੋਂ ਰਹਿਤ ਹੋ ਕੇ ਜਦੋਂ ਕਰਮ ਕਰੋਗੇ ਅੰਤਸ਼ਕਰਨ ਸ਼ੁੱਧ ਹੋਵੇਗਾ। ਫਿਰ ਸ਼ੁੱਧ ਅੰਤਸ਼ਕਰਨ ਵਿੱਚ ਮਲਨ ਫੁਰਨੇ, ਮਲਨ ਭਾਵ ਉਤਪੰਨ ਨਹੀਂ ਹੁੰਦੇ। ਇਸ ਕਰਕੇ ਸਾਨੂੰ ਨਿਤਨੇਮ ਕਰਨ ਦਾ ਹੁਕਮ ਹੈ, ਗੁਰਬਾਣੀ ਪੜ੍ਹਨ ਦਾ ਹੁਕਮ ਹੈ, ਅੰਮ੍ਰਿਤ ਵੇਲੇ ਉੱਠਣ ਦਾ ਹੁਕਮ ਹੈ, ਸੇਵਾ ਕਰਨ ਦਾ ਹੁਕਮ ਹੈ ਸਤਿਗੁਰਾਂ ਦਾ। ਪਰ ਕਰੋ ਕਾਮਨਾ ਰਹਿਤ ਹੋ ਕੇ, ਨਿਸ਼ਕਾਮ ਹੋ ਕੇ। ਅਸੀਂ ਧਰਮ ਸਥਾਨਾਂ ਤੇ ਆਉਂਦੇ ਹਾਂ ਪਰ ਅਨੇਕ ਤਰ੍ਹਾਂ ਦੀਆਂ ਕਾਮਨਾਵਾਂ ਲੈ ਕੇ ਆਉਂਦੇ ਹਾਂ। ਮਹਾਰਾਜ ਸਾਨੂੰ ਆਹ ਵੀ ਮਿਲ ਜੇ, ਉਹ ਵੀ ਮਿਲ ਜਾਏ। ਪਰ ਕਦੇ ਇਸ ਭਾਵ ਨਾਲ ਵੀ ਆਏ ਹਾਂ ਕਿ ਹਿਰਦਾ ਬਿਲਕੁਲ ਸ਼ੁੰਨਿਆ ਕਰਕੇ, ਸੁੰਨ ਕਰਕੇ, ਕੋਈ ਫੁਰਨਾ ਹੀ ਨਹੀਂ, ਕੇਵਲ ਆਪਣੇ ਮਾਲਕ ਦੀ ਪ੍ਰੀਤ ਤੇ ਪ੍ਰੇਮ ਹੀ ਹਿਰਦੇ 'ਚ ਵਸਦਾ ਹੋਵੇ। ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਦੋਂ 6ਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਬਾਬਾ ਜੀ ਤੁਸੀਂ ਗੁਰੂ ਘਰ ਦੀ ਬਹੁਤ ਸੇਵਾ ਕੀਤੀ, ਕੋਈ ਕਾਮਨਾ? ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਕਿਰਪਾ ਕਰਿਓ ਕਿ ਜਿੰਨਾ ਚਿਰ ਸਰੀਰ 'ਚ ਹਾਂ ਆਪ ਜੀ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜੇ, ਹੋਰ ਕੋਈ ਕਾਮਨਾ ਨਹੀਂ। ਇਹ ਹੈ ਗੁਰਸਿੱਖ ਦਾ ਹਿਰਦਾ ਕਿ ਕੋਈ ਕਾਮਨਾ ਫੁਰੇ ਹੀ ਨਾ, ਕੋਈ ਸੰਕਲਪ ਫੁਰੇ ਹੀ ਨਾ। ਤੋ ਕਰਮ ਕਰਦਿਆਂ ਕਰਦਿਆਂ ਨਿਸ਼ਕਾਮ ਹੋ ਜਾਣਾ, ਹਿਰਦਾ ਸ਼ੁੱਧ ਕਰ ਲੈਣਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਕਰਤੇ ਨੇ ਆਪ ਅਕਾਲ ਪੁਰਖ ਨੇ ਸਾਡੇ ਕਰਮ ਲਿਖੇ ਹਨ। ਮੋਹ ਠਗੌਲੀ ਪਾਈਨ, ਕਹਿੰਦੇ ਮੋਹ ਰੂਪੀ ਠਗੌਰੀ ਬੂਟੀ
ਸੰਸਾਰ ਦੇ ਜੀਵਾਂ ਨੂੰ ਪਰਮੇਸ਼ਰ ਨੇ ਸੁੰਘਾ ਦਿੱਤੀ। ਪੁਰਾਣੇ ਵੇਲਿਆਂ 'ਚ ਨਾ ਠੱਗਾਂ ਦੇ ਕੋਲ ਇੱਕ ਬੂਟੀ ਹੁੰਦੀ ਸੀ, ਰਾਹ ਜਾਂਦੇ ਲੋਕਾਂ ਨੂੰ ਸੁੰਘਾ ਕੇ ਉਹਨਾਂ ਨੂੰ ਬੇਹੋਸ਼ ਕਰਕੇ ਸਾਰਾ ਕੁਝ ਖੋਹ ਲੈਂਦੇ ਸੀ। ਉਹਨੂੰ ਕਹਿੰਦੇ ਸੀ ਠਗਮੂਰੀ ਬੂਟੀ। ਜਿਵੇਂ ਅੱਜ ਕੱਲ੍ਹ ਬੇਹੋਸ਼ ਕਰਨ ਵਾਲੀਆਂ ਬੜੀਆਂ ਚੀਜ਼ਾਂ ਸੁੰਘਾ ਕੇ ਬੇਹੋਸ਼ ਕਰ ਦਿੰਦੇ ਆ, ਉਦੋਂ ਇੱਕ ਬੂਟੀ ਹੁੰਦੀ, ਉਹਨੂੰ ਠਗਮੂਰੀ ਬੂਟੀ ਕਹਿੰਦੇ ਸੀ। ਕਹਿੰਦੇ ਪਰਮੇਸ਼ਰ ਨੇ ਮੋਹ ਰੂਪੀ ਠਗਮੂਰੀ ਬੂਟੀ ਸੰਸਾਰ ਦੇ ਸਮਸਤ ਜੀਵਾਂ ਨੂੰ ਸੁੰਘਾਈ ਹੋਈ ਹੈ। ਹਾਂਜੀ, ਵਿਸਰਿਆ ਗੁਣ ਤਾਸ, ਜਿਸ ਕਰਕੇ ਇਹਨਾਂ ਨੂੰ ਗੁਣਾਂ ਦਾ ਤਾਸ, ਗੁਣਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਵਿਸਰਿਆ ਹੋਇਆ। ਮੋਹ ਦੀ ਮਮਤਾ ਇਹੋ ਜਿਹੀ ਜੀਵਾਂ ਦੇ ਉੱਤੇ ਪਈ ਹੋਈ ਹੈ ਕਿ ਗੁਣਾਂ ਦਾ ਸਮੁੰਦਰ, ਗੁਣਾਂ ਦਾ ਅਥਾਹ ਮਾਲਕ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਇਹਨਾਂ ਜੀਵਾਂ ਨੂੰ, ਸੰਸਾਰੀ ਜੀਵਾਂ ਨੂੰ ਵਿਸਰਿਆ ਹੋਇਆ ਹੈ। ਮਤ ਜਾਣੋ ਜਗ ਜੀਵ ਦਾ, ਕਹਿੰਦੇ ਮਤਾ ਜਾਣੋ ਕਿ ਇਹ ਜਗ ਜੀਵਦਾ ਹੈ। ਮਤਾ ਜਾਣੋ ਇਹ ਭੁਲੇਖਾ ਹੈ ਵੀ ਇਹ ਜਗ ਜੀ ਰਿਹਾ ਹੈ। ਦੂਜੇ ਭਾਏ ਮੋਇ ਆਸ, ਇਹ ਜਗਤ ਦੂਜੇ ਭਾਵ ਵਿੱਚ ਦੁਬਦਾ ਚ ਲੱਗਾ ਹੋਇਆ, ਦਵੈਸ਼ ਵਿੱਚ ਲੱਗਾ ਹੋਇਆ, ਮੁਈ ਆਸ, ਮਰਿਆ ਹੋਇਆ। ਜਿਨ੍ਹਾਂ ਅੰਦਰ ਦੂਜਾ ਭਾਉ ਆ, ਦੁਬਦਾ, ਉਹ ਮਰਿਆਂ ਦੇ ਤੋਲੀ ਨੇ। ਕਹਿੰਦੇ ਮਤਾ ਤੁਸੀਂ ਜਾਣੋ ਵੀ ਇਹ ਜਗ ਜੀਵਦਾ, ਇਹ ਤਾਂ ਦੂਜੇ ਭਾਵ ਵਿੱਚ ਦੁਬਦਾ ਚ ਲੱਗੇ ਹੋਏ ਮਰਿਆਂ ਦੇ ਤੁਲ ਹਨ। ਜਿਨੇ ਗੁਰਮੁਖ ਨਾਮ ਨਾ ਚੇਤਿਓ, ਜਿਨ੍ਹਾਂ ਨੇ ਗੁਰੂ ਦੇ ਮੁਖ ਦੁਆਰਾ ਨਾਮ ਲੈ ਕੇ ਨਾਮ ਨਹੀਂ ਚੇਤਿਆ, ਗੁਰੂ ਦੇ ਮੁਖ ਦੁਆਰਾ ਨਾਮ ਦੀ ਦਾਤ ਪ੍ਰਾਪਤ ਕਰਕੇ ਨਾਮ ਨਹੀਂ ਜਪਿਆ। ਹਾਂਜੀ, ਸੇ ਬਹਿਣ ਨਾ ਮਿਲਨੀ ਪਾਸ, ਉਹਨਾਂ ਦਾ ਕਦੇ ਵੀ ਆਪਣੇ ਸਾਹਿਬ ਕੋਲ ਬੈਠਣਾ ਨਹੀਂ ਮਿਲਦਾ, ਭਾਵ ਉਹਨਾਂ ਨੂੰ ਕਦੇ ਵੀ ਆਪਣੇ ਮਾਲਕ ਦੀ ਸੰਗਤ ਪ੍ਰਾਪਤ ਨਹੀਂ ਹੁੰਦੀ। ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਸਮੀਪਤਾ ਦਾ ਅਨੁਭਵ ਹੀ ਨਹੀਂ ਹੁੰਦਾ। ਸੇ ਬਹਿਣ ਨਾ ਮਿਲਨੀ ਪਾਸ, ਜਿਨ੍ਹਾਂ ਨੇ ਨਾਮ ਨਹੀਂ ਜਪਿਆ ਕਦੇ ਗੁਰੂ ਦੇ ਮੁਖ ਦੁਆਰਾ ਨਾਮ ਦਾ ਦਾਨ ਲੈ ਕੇ, ਉਹਨਾਂ ਮਨਮੁਖਾਂ ਨੂੰ ਰੱਬ ਦੀ ਸਮੀਪਤਾ ਮਹਿਸੂਸ ਹੀ ਨਹੀਂ ਹੁੰਦੀ। ਕੋਲ ਖੜਾ ਵੀ ਰੱਬ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ, ਕੋਲ ਖੜਾ ਵੀ, ਕਿਉਂਕਿ ਉਹਨਾਂ ਨੂੰ ਇਹ ਸਮੀਪਤਾ ਮਹਿਸੂਸ ਹੋਣੀ ਨਹੀਂ। ਜਿਹੜੇ ਨਾਮ ਦੀ ਸਾਧਨਾ ਕਰਨ ਵਾਲੇ ਸਾਧਕ ਨੇ, ਉਹ ਇਹ ਮਹਿਸੂਸ ਕਰਦੇ ਆ ਵੀ ਦੁਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਬੂਤੇ। ਪਰ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਉਹਨਾਂ ਨੂੰ ਉਹ ਮਾਲਕ ਕੋਲ ਖੜਾ ਵੀ, ਉਹਦੀ ਸਮੀਪਤਾ, ਉਹਦੀ ਨਿਕਟ ਵਰਤਤਾ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ। ਦੁੱਖ ਲਾਗਾ ਬਹੁ ਅਤ ਘਣਾ, ਏਦਾਂ ਦੇ ਜਿਹੜੇ ਮਨਮੁਖ ਲੋਕ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ, ਬਹੁਤ ਜ਼ਿਆਦਾ। ਜਨਮ ਤੇ ਮਰਨ ਵਰਗਾ ਵੱਡਾ ਦੁੱਖ, ਇਹਦੇ ਤੋਂ ਵੱਡਾ ਦੁੱਖ ਦੁਨੀਆ 'ਚ ਕੋਈ ਨਹੀਂ। ਸਭ ਤੋਂ ਵੱਡਾ ਦੁੱਖ ਹੈ ਜੰਮਣਾ ਤੇ ਮਰਨਾ। ਮਨਮੁਖਾਂ ਨੂੰ ਇਹ ਬਹੁਤ ਵੱਡਾ ਦੁੱਖ ਲੱਗਦਾ ਹੈ। ਪੁੱਤ ਕਲਤ ਨਾ ਸਾਥ ਕੋਈ ਜਾਸ, ਇਹ ਭਾਈ ਜਿਨ੍ਹਾਂ ਸੰਬੰਧੀਆਂ ਦੇ ਮੋਹ ਵਿੱਚ ਫਸ ਕੇ ਤੂੰ ਮਾੜੇ ਭੈੜੇ ਕਰਮ ਕਰਦਾ, ਉਹਨਾਂ ਚੋਂ ਕਿਸੇ ਪੁੱਤਰ ਨੇ, ਕਲੱਤਰ ਰਿਸ਼ਤੇਦਾਰ ਨੇ, ਸਾਖ ਸੰਬੰਧੀ ਨੇ, ਮਿੱਤਰ ਨੇ, ਯਾਰ ਦੋਸਤ ਨੇ, ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ। ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਕਿਸੇ ਨੇ ਨਾਲ ਨਹੀਂ ਨਿਭਣਾ, ਕਿਸੇ ਨੇ ਸਾਥ ਨਹੀਂ ਹੋਣਾ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਕਿਸੇ ਮਾਤਾ ਪਿਤਾ ਭਾਈ ਸੰਬੰਧੀ ਰਿਸ਼ਤੇਦਾਰ ਕਿਸੇ ਦੇ ਨਾਲ ਨਹੀਂ ਨਿਭਣਾ। ਐ ਸੱਜਣਾ, ਕਿਸੇ ਨੇ ਤੇਰੇ ਨਾਲ ਨਹੀਂ ਜਾਣਾ। ਲੋਕਾਂ ਵਿੱਚ ਮੋਹ ਕਾਲਾ ਹੋਆ, ਏਦਾਂ ਦੇ ਜਿਹੜੇ ਮਨਮੁਖ ਲੋਕ ਨੇ, ਉਹਨਾਂ ਦਾ ਇਸ ਲੋਕਾਂ ਵਿੱਚ, ਸਮਾਜ ਵਿੱਚ, ਇਸ ਲੋਕ ਵਿੱਚ ਮੂੰਹ ਕਾਲਾ ਹੁੰਦਾ। ਲੋਕ ਲਾਹਨਤਾਂ ਪਾਉਂਦੇ ਆ, ਉਹਨਾਂ ਨੂੰ ਧਰਕਾਰਾਂ ਪਾਉਂਦੇ ਆ। ਏਦਾਂ ਉਹਨਾਂ ਦਾ ਅਪਜਸ ਤੇ ਅਪਵਾਦ ਹੁੰਦਾ। ਅੰਦਰ ਉੱਭੇ ਸਾਸ, ਜਿਹੜੇ ਮਨਮੁਖ ਲੋਕ ਨੇ, ਉਹ ਆਪਣੇ ਅੰਦਰੋਂ ਅੰਦਰ ਉੱਭੇ ਸਾਸ, ਹੌਕੇ ਜੇ ਭਰਦੇ ਰਹਿੰਦੇ। ਉੱਭੇ ਸਾਸ ਦਾ ਮਤਲਬ ਹੁੰਦਾ ਵੀ ਲੰਮੇ ਲੰਮੇ ਸਾਹ ਲੈਣੇ, ਹੌਕੇ ਭਰਨੇ। ਮਨਮੁਖ ਦਾ ਜਿਹੜਾ ਹਿਰਦਾ ਨਾ,
ਉਹ ਸਦਾ ਦੁਖੀ ਰਹਿੰਦਾ। ਭਾਵੇਂ ਬਾਹਰੋਂ ਉਹਦੇ ਕੋਲ ਸਾਰੇ ਸੁੱਖ, ਸਾਰੀਆਂ ਸਹੂਲਤਾਂ, ਸਭ ਕੁਝ ਹੋਵੇ, ਪਰ ਉਹਦੇ ਮਨ ਨੂੰ ਟਿਕਾ ਨਹੀਂ ਹੁੰਦਾ। ਉਹਦੇ ਮਨ ਦੇ ਵਿੱਚ ਉਦਾਸੀ ਆ, ਉਹਦੇ ਮਨ ਦੇ ਵਿੱਚ ਚਿੰਤਾ, ਉਹਦੇ ਮਨ ਦੇ ਵਿੱਚ ਦੁੱਖ ਹੀ ਦੁੱਖ ਹੈ। ਪਰ ਦੂਜੇ ਪਾਸੇ ਸਾਧਕ ਭਾਵੇਂ ਰੜੇ ਮੈਦਾਨ 'ਚ ਬੈਠਾ ਹੋਵੇ, ਕੱਖਾਂ ਦੀ ਕੁੱਲੀ 'ਚ ਬੈਠਾ ਹੋਵੇ, ਉਹਦੇ ਉੱਥੇ ਬੈਠਿਆਂ ਵੀ ਨਾਨਕ ਭਗਤਾਂ ਸਦਾ ਵਿਗਾਸ ਵਾਲਾ ਖੇੜਾ ਬਣਿਆ ਰਹਿੰਦਾ। ਤੋ ਮਨਮੁਖ ਦੇ ਅੰਦਰ ਉੱਭੇ ਸਾਹ ਲੰਮੇ ਲੰਮੇ ਹੋ ਕੇ ਹਰ ਵੇਲੇ ਚੱਲਦੇ ਰਹਿੰਦੇ, ਉਹ ਪਰੇਸ਼ਾਨ ਤੇ ਦੁਖੀ ਰਹਿੰਦੇ ਹਨ। ਮਨਮੁਖਾਂ ਨੂੰ ਕੋ ਨਾ ਵਿਸਹੀ, ਮਨਮੁਖਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਜਿਹੜੇ ਭਲੇ ਪੁਰਸ਼ ਨੇ ਨਾ, ਭਲੇ ਪੁਰਸ਼, ਉਹ ਮਨਮੁਖਾਂ ਦੇ ਵਿਸ਼ਵਾਸ ਨਹੀਂ ਕਰਦੇ। ਮਨਮੁਖਾਂ ਦੇ ਉੱਤੇ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ ਬਣਦਾ, ਕਿਉਂਕਿ ਉਹ ਜਾਣਦੇ ਹਨ ਕਿ ਮਨਮੁਖ ਵਿਸ਼ਵਾਸ ਕਰਨ ਦੇ ਲਾਇਕ ਹੈ ਹੀ ਨਹੀਂ। ਹਾਂਜੀ, ਚੁੱਕ ਗਿਆ ਵਿਸਾਸ, ਕਿਉਂ ਨਹੀਂ ਕੋਈ ਵਿਸ਼ਵਾਸ ਕਰਦਾ ਮਨਮੁਖਾਂ ਤੇ? ਕਿਉਂਕਿ ਮਨਮੁਖਾਂ ਨੇ ਆਪਣਾ ਵਿਸ਼ਵਾਸ ਖੁਦ ਆਪ ਗਵਾ ਲਿਆ। ਮਨਮੁਖਾਂ ਨੇ ਆਪਣਾ ਵਿਸ਼ਵਾਸ ਖੁਦ ਆਪ ਗਵਾ ਲਿਆ, ਤੇ ਫਿਰ ਕੌਣ ਉਹਨਾਂ ਤੇ ਵਿਸ਼ਵਾਸ ਕਰੇ? ਹਾਂਜੀ, ਨਾਨਕ ਗੁਰਮੁਖਾਂ ਨੂੰ ਸੁਖ ਅਗਲਾ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਗੁਰਮੁਖ ਨੇ ਉਹਨਾਂ ਨੂੰ ਬਹੁਤਾ ਸੁਖ ਪ੍ਰਾਪਤ ਹੁੰਦਾ। ਇੱਥੇ ਅਗਲਾ ਸ਼ਬਦ ਆਇਆ ਨਾ, ਅਗਲਾ, ਅਗਲਾ ਦਾ ਮਤਲਬ ਹੁੰਦਾ ਬਹੁਤਾ। ਅਗਲਾ ਦਾ ਅਰਥ ਅੱਗੇ ਵੀ ਹੋ ਸਕਦਾ, ਪਰ ਇੱਥੇ ਅਗਲਾ ਦਾ ਅਰਥ ਹੈ ਬਹੁਤਾ। ਕਹਿੰਦੇ ਗੁਰਮੁਖਾਂ ਨੂੰ ਬਹੁਤ ਵੱਡਾ ਭਾਰੀ ਸੁਖ ਪ੍ਰਾਪਤ ਹੁੰਦਾ, ਬਹੁਤ ਵੱਡਾ ਸੁਖ। ਗੁਰਮੁਖਾਂ ਦੇ ਇੱਕ ਛਿਨ ਦੇ ਸੁਖ ਦੇ ਤੁੱਲ, ਜੋ ਗੁਰਮੁਖਾਂ ਨੂੰ ਇੱਕ ਛਿਨ 'ਚ ਜਿਹੜਾ ਸੁਖ ਆਪਣੇ ਅੰਦਰ ਮਹਿਸੂਸ ਹੁੰਦਾ, ਉਹ ਸੁਖ ਬ੍ਰਹਮਪੁਰੀ ਵਿੱਚ ਬੈਠੇ ਬ੍ਰਹਮਾ ਨੂੰ ਸੈਂਕੜੇ ਯੁੱਗਾਂ ਤੱਕ ਪ੍ਰਾਪਤ ਨਹੀਂ ਹੁੰਦਾ। ਜੋ ਗੁਰਮੁਖ ਨੂੰ ਆਪਣੇ ਅੰਦਰੋਂ ਇੱਕ ਛਿਨ 'ਚ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਤੋ ਕਹਿੰਦੇ ਗੁਰਮੁਖਾਂ ਨੂੰ ਬਹੁਤ ਵੱਡੇ ਭਾਰੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਅੰਤਰ ਨਾਮ ਨਿਵਾਸ, ਕਿਹਨਾਂ ਗੁਰਮੁਖਾਂ ਨੂੰ? ਤਾਂ ਕਹਿੰਦੇ ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੈ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਚਿੰਤਨ ਚੱਲਦਾ ਹੈ, ਉਹਨਾਂ ਗੁਰਮੁਖਾਂ ਨੂੰ ਬਹੁਤ ਵੱਡੇ ਭਾਰੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਹਨ, ਸੇ ਸੈਣ ਸੇ ਸੱਜਣਾ। ਉਹੀ ਅਸਲ ਵਿੱਚ ਸਾਡੇ ਸੈਣ ਸੱਜਣ ਨੇ, ਉਹੀ ਅਸਲ ਵਿੱਚ ਸਾਡੇ ਪਿਆਰੇ ਮਿੱਤਰ ਹਨ। ਜੇ ਗੁਰਮੁਖ ਮਿਲੇ ਸੁਭਾਏ, ਜਿਹੜੇ ਗੁਰੂ ਦੇ ਮੁਖ ਦੁਆਰਾ ਉਪਦੇਸ਼ ਸੁਣ ਕੇ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ 'ਚ ਮਿਲ ਜਾਂਦੇ ਨੇ, ਪਰਮੇਸ਼ਰ ਦੇ ਸਰੂਪ 'ਚ ਅਭੇਦ ਹੋ ਜਾਂਦੇ ਹਨ। ਸਤਿਗੁਰ ਕਾ ਭਾਣਾ ਅਨ ਦਿਨ ਕਰਹਿ, ਰਾਤ ਦਿਨ ਉਹ ਉਹੀ ਕੰਮ ਕਰਦੇ ਜੋ ਗੁਰੂ ਨੂੰ ਭਾਉਂਦਾ। ਗੁਰਮੁਖ ਉਹ ਕਰਦੇ ਨੇ ਰਾਤ ਦਿਨ ਜੋ ਗੁਰੂ ਨੂੰ ਭਾਉਂਦਾ। ਆਪਣੇ ਗੁਰੂ ਦੇ ਭਾਣੇ 'ਚ, ਗੁਰੂ ਦੀ ਰਜਾ 'ਚ ਚੱਲਦੇ। ਗੁਰਮੁਖ ਕਦੇ ਆਪ ਹੁਦਰੀਆਂ ਨਹੀਂ ਕਰਦੇ। ਗੁਰਮੁਖ ਅਨ ਦਿਨ ਰਾਤ ਦਿਨ ਉਹ ਕਰਮ ਕਰਦੇ ਨੇ ਜੋ ਗੁਰੂ ਨੂੰ ਭਾਉਂਦਾ ਹੈ। ਹਾਂਜੀ, ਸੇ ਸੱਚ ਰਹੇ ਸਮਾਏ। ਇਹੋ ਜਿਹੇ ਜਿਹੜੇ ਗੁਰਮੁਖ ਜਨ ਨੇ, ਉਹ ਸੱਚ 'ਚ ਸਮਾ ਜਾਂਦੇ ਨੇ। ਸੱਚ ਕੌਣ ਹੈ? ਸੱਚ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨਿਰੰਕਾਰ ਹੈ। ਉਸ ਸੱਚ ਦੇ ਵਿੱਚ ਉਹ ਸਮਾ ਜਾਂਦੇ ਨੇ, ਸੱਚ ਦੇ ਵਿੱਚ ਭੇਦ ਹੋ ਜਾਂਦੇ ਹਨ। ਦੂਜੇ ਭਾਏ ਲੱਗੇ ਸੱਜਣ ਨਾ ਆਖੀਐ। ਜਿਹੜੇ ਦੂਜੇ ਭਾਵ ਵਿੱਚ ਦੁਬਿਧਾ 'ਚ ਲੱਗੇ ਹੋਏ ਨੇ, ਉਹ ਸੱਜਣ ਨਹੀਂ ਕਹੇ ਜਾ ਸਕਦੇ। ਜਿਨ੍ਹਾਂ ਅੰਦਰ ਦੁਬਿਧਾ ਹੈ, ਉਹ ਸੱਜਣ ਹੋ ਹੀ ਨਹੀਂ ਸਕਦਾ। ਤੁਹਾਡੀ ਸੰਸਾਰ ਵਿੱਚ ਕਿਸੇ ਨਾਲ ਮਿੱਤਰਤਾ ਹੈ, ਅਗਰ ਉਸ ਮਿੱਤਰ ਦੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਦੁਬਿਧਾ ਆ ਗਈ, ਤੇ ਕੀ ਤੁਸੀਂ ਉਹਨੂੰ ਮਿੱਤਰ ਕਹੋਗੇ ਆਪਣਾ, ਕਿ ਉਹ ਸੱਜਣ ਕਹੋਗੇ? ਤੁਹਾਡੇ ਮਨ 'ਚ ਉਹਦੇ ਪ੍ਰਤੀ ਦੁਬਿਧਾ ਆ ਜਾਏ ਤੇ ਫਿਰ ਉਹ ਵਿਸ਼ਵਾਸ ਕਰਨ ਦੇ ਲਾਇਕ ਨਹੀਂ ਰਹਿੰਦਾ। ਤੂੰ ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਜਿਨ੍ਹਾਂ ਜੀਆਂ ਦੇ ਅੰਦਰ ਦੁਬਿਧਾ ਹੈ, ਦਵੈਸ਼ ਹੈ, ਉਹ ਸੱਜਣ ਨਹੀਂ ਕਹੇ ਜਾ ਸਕਦੇ। ਹਾਂਜੀ, ਜੇ ਅਭਿਮਾਨ ਕਰਹਿ ਵੇਕਾਰ। ਕਿਉਂਕਿ ਉਹਨਾਂ ਦੇ ਅੰਦਰ ਅਭਿਮਾਨ ਹੈ,
ਅਭਿਮਾਨ ਦਾ ਵਿਕਾਰ ਹੈ, ਉਹ ਅਭਿਮਾਨੀ ਨੇ, ਉਹ ਆਪਣੇ ਤੋਂ ਬਿਨਾਂ ਕਿਸੇ ਦੂਜੇ ਨੂੰ ਮੰਨਦੇ ਹੀ ਨਹੀਂ ਗੇ। ਉਹ ਕਹਿੰਦੇ ਬਸ ਮੈਂ ਹੀ ਮੈਂ ਹਾਂ। ਹਾਂਜੀ, ਮਨਮੁਖ ਆਪ ਸਵਾਰਥੀ। ਜਿਹੜੇ ਮਨਮੁਖ ਨੇ ਉਹ ਆਪ ਸਵਾਰਥੀ ਹੋ ਜਾਂਦੇ। ਉਹਨਾਂ ਨੇ ਆਪਣਾ ਉੱਲੂ ਸਿੱਧਾ ਕਰਨਾ, ਭਾਵੇਂ ਉਹਦੇ ਲਈ ਲੱਖਾਂ ਨੂੰ ਉੱਲੂ ਬਣਾਉਣਾ ਪੈ ਜਾਏ। ਮਨਮੁਖ ਸਵਾਰਥੀ ਹੁੰਦਾ, ਉਹਨੇ ਤਾਂ ਆਪਣਾ ਸਵਾਰਥ ਸਿੱਧ ਕਰਨਾ ਵੀ ਕਿਵੇਂ ਕਿਹੜੇ ਤਰੀਕੇ ਨਾਲ ਮੇਰਾ ਕੰਮ ਸਿੱਧ ਹੁੰਦਾ। ਹਾਂਜੀ, ਕਾਰਜ ਨਾ ਸਕੇ ਸਵਾਰ। ਉਹ ਬੰਦਾ ਜਿਹੜਾ ਮਨਮੁਖ ਹੈ, ਸਵਾਰਥੀ ਹੈ, ਉਹ ਆਪਣੇ ਇਸ ਮਨੁੱਖਾ ਜਨਮ ਰੂਪੀ ਕਾਰਜ ਨੂੰ ਸਵਾਰ ਨਹੀਂ ਸਕਦਾ। ਆਪਣੇ ਇਸ ਮਨੁੱਖਾ ਜਨਮ ਰੂਪੀ ਕਾਰਜ ਨੂੰ ਬੰਦੇ ਸਵਾਰ ਨਹੀਂ ਸਕਦੇ ਜਿਹੜੇ ਕੇਵਲ ਤਾਂ ਕੇਵਲ ਆਪਣੇ ਹਿਰਦੇ 'ਚ ਸਵਾਰਥ ਦੀ ਬਿਰਤੀ ਰੱਖਦੇ ਆ। ਤੇ ਜੇ ਉਹ ਤੁਹਾਡੇ ਨਾਲ ਚੱਲਣਗੇ ਵੀ ਨਾ ਤੇ ਤੁਸੀਂ ਕਹੋਗੇ ਵੀ ਮੇਰਾ ਕੰਮ ਕਰਨ ਨੂੰ ਨਾਲ ਚੱਲਿਆ, ਪਰ ਉਹ ਤੁਹਾਡੇ ਨਾਲ ਤੁਹਾਡੇ ਕੰਮ ਲਈ ਨਹੀਂ ਚੱਲਿਆ, ਉਹ ਆਪਣੇ ਸਵਾਰਥ ਲਈ ਚੱਲਿਆ ਕਿ ਜਦੋਂ ਮੈਂ ਇਹਦਾ ਕੰਮ ਕਰਾਂਗਾ ਬਦਲੇ 'ਚ ਮੈਨੂੰ ਵੋਟਾਂ ਪਾਊ, ਜਾਂ ਬਦਲੇ 'ਚ ਕੋਈ ਚੜਾਵਾ ਚੜਾਊ, ਕੋਈ ਰਿਸ਼ਵਤ ਦੇਊ। ਸਵਾਰਥ ਲਈ ਤੁਰੇਗਾ, ਜਾਂ ਕੋਈ ਹੋਰ ਕੋਈ ਨਾ ਕੋਈ ਸਵਾਰਥ ਉਹਦੇ ਹਿਰਦੇ 'ਚ ਹੋਵੇਗਾ। ਮਨਮੁਖ ਨਿਰਸਵਾਰਥ ਹੋ ਕੇ ਕਿਸੇ ਦੀ ਮਦਦ ਨਹੀਂ ਕਰ ਸਕਦਾ। ਉਹਨੇ ਆਪਣੇ ਸਵਾਰਥ ਨੂੰ ਸਿੱਧ ਕਰਨਾ ਕਿਸੇ ਵੀ ਤਰੀਕੇ। ਗੁਰਮੁਖ ਨਿਰਸਵਾਰਥ ਹੋ ਕੇ ਬਲਿਆਰ ਜਾਈਏ। ਨੌਵੇਂ ਪਾਤਸ਼ਾਹ ਤਿਲਕ ਤੇ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੋਂ। ਬਲਿਆਰ ਜਾਈਏ ਸਾਹਿਬ ਨੌਵੇਂ ਪਾਤਸ਼ਾਹ ਤੋਂ, ਵਾਰੇ ਜਾਈਏ ਸਾਹਿਬ ਨੌਵੇਂ ਪਾਤਸ਼ਾਹ ਤੋਂ। ਕਸ਼ਮੀਰ ਤੋਂ ਪੰਡਤ ਚੱਲ ਕੇ ਆਉਂਦੇ ਆ, ਤਿਲਕ ਤੇ ਜੰਜੂ ਉਹਨਾਂ ਦਾ ਹੈ। ਆਪਣਾ ਕੋਈ ਸਵਾਰਥ ਨਹੀਂ ਹੈ ਕਿ ਸਾਡਾ ਕੋਈ ਤਿਲਕ ਦੇ ਨਾਲ ਜਾਂ ਜੰਜੂ ਨਾਲ ਕੋਈ ਸੰਬੰਧ ਹੈ। ਜੇ ਸੰਬੰਧ ਹੁੰਦਾ ਤੇ ਪਹਿਲੇ ਜਾਮੇ 'ਚ ਸਾਹਿਬ ਧਾਰਨ ਕਰ ਲੈਂਦੇ, ਨਹੀਂ ਗ੍ਰਹਿਣ ਕੀਤਾ। ਸੰਬੰਧ ਹੁਣ ਵੀ ਨਹੀਂ ਹੈ। ਉਹਨਾਂ ਕਿਹਾ ਮਹਾਰਾਜ ਸਾਡਾ ਧਰਮ ਬਚਾਓ, ਤੇ ਨੌਵੇਂ ਪਾਤਸ਼ਾਹ ਨਿਰਸਵਾਰਥ ਹੋ ਕੇ ਕਹਿੰਦੇ ਹਾਂ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਸਾਡੇ ਰਹਿਬਰ ਨੌਵੇਂ ਪਾਤਸ਼ਾਹ ਨੇ, ਜੇ ਉਹ ਤੇਰੀ ਗੱਲ ਮੰਨ ਜਾਣ ਤੇ ਅਸੀਂ ਮੰਨ ਲਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨਿਰਸਵਾਰਥ ਹੋ ਕੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਕੋਈ ਸਵਾਰਥ ਨਹੀਂ ਆਪਣਾ, ਨਿੱਜੀ ਸਵਾਰਥ ਨਹੀਂ, ਨਿਰਸਵਾਰਥ। ਅੱਜ ਕੱਲ ਪੜ੍ਹਾਇਆ ਜਾਂਦਾ ਸਕੂਲਾਂ 'ਚ ਬੱਚਿਆਂ ਨੂੰ ਕਿਤਾਬਾਂ ਵਿੱਚ ਗਲਤ ਲਿਖ ਕੇ ਆਖੇ ਜੀ ਨੌਵੇਂ ਪਾਤਸ਼ਾਹ ਦੀਆਂ ਕੁਝ ਆਪਣੀਆਂ ਰੰਜਿਸ਼ਾਂ ਸੀ ਬਾਦਸ਼ਾਹ ਦੇ ਨਾਲ, ਤਾਂ ਉਹ ਸ਼ਹੀਦ ਕੀਤੇ ਗਏ। ਗੁਰਦੇਵ ਬੜੇ ਆਨੰਦ 'ਚ ਆਪਣੀ ਨਗਰੀ ਆਨੰਦਪੁਰੀ 'ਚ ਬੈਠੇ ਸਨ। ਗੁਰਸਿੱਖ ਆਉਂਦੇ, ਉਹਨਾਂ ਨੂੰ ਦਰਸ਼ਨ ਦਿੰਦੇ, ਗਿਆਨ ਦੀ ਦਾਤ ਬਖਸ਼ਦੇ, ਭਲਾ ਕਰਦੇ। ਪਾਤਸ਼ਾਹ ਦਾ ਆਪਣਾ ਕੋਈ ਕਿਸੇ ਪ੍ਰਕਾਰ ਦਾ ਨਿੱਜੀ ਮਤ ਭੇਦ ਨਹੀਂ ਸੀ ਬਾਦਸ਼ਾਹ ਦੇ ਨਾਲ। ਇਹ ਆਏ ਇਹਨਾਂ ਦੇ ਤਿਲਕ ਜੰਜੂ ਦੀ ਰੱਖਿਆ ਵਾਸਤੇ, ਧਰਮ ਦੀ ਰੱਖਿਆ ਵਾਸਤੇ ਨਿਰਸਵਾਰਥ ਹੋ ਕੇ ਪਾਤਸ਼ਾਹ ਨੇ ਜਾ ਕੇ ਸ਼ਹੀਦੀ ਦਿੱਤੀ। ਗੁਰਮੁਖ ਨਿਰਸਵਾਰਥ ਵਰਤਦੇ ਹੈ। ਮਨਮੁੱਖਾਂ ਨੂੰ ਆਪਣੇ ਸਵਾਰਥ ਸੁਝਦੇ ਨੇ, ਉਹ ਆਪਣੇ ਸਵਾਰਥ ਨੂੰ ਸਿੱਧ ਕਰਨ ਲਈ ਕਿਸੇ ਦੇ ਨਾਲ ਤੁਰਦੇ ਨੇ। ਜੀ ਨਾਨਕ ਪੂਰਬ ਲਿਖਿਆ ਕਮਾਵਣਾ। ਪਾਤਸ਼ਾਹ ਕਹਿੰਦੇ ਜੋ ਪੂਰਬਲੇ ਜਨਮਾਂ ਦੇ ਕੀਤੇ ਕਰਮ ਨੇ, ਉਹਨਾਂ ਮੁਤਾਬਕ ਜੋ ਲਿਖਿਆ ਗਿਆ ਉਹੀ ਅਸੀਂ ਕਮਾਉਂਦੇ ਹਾਂ। ਕੋਈ ਨਾ ਮੇਟਣ ਹਾਰ। ਪੂਰੇ ਗੁਰੂ ਤੋਂ ਬਿਨਾਂ ਉਹਨਾਂ ਕਰਮਾਂ ਨੂੰ ਕੋਈ ਨਹੀਂ ਮੇਟ ਸਕਦਾ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਉਚਾਰਦੇ ਹਨ। ਤੁਧ ਆਪੇ ਜਗਤ ਉਪਾਏ ਕੈ। ਪਾਤਸ਼ਾਹ ਕਹਿੰਦੇ ਹੈ ਅਕਾਲ ਪੁਰਖ, ਤੂੰ ਇਹ ਸਾਰਾ ਜਗਤ ਆਪ ਹੀ ਪੈਦਾ ਕੀਤਾ ਹੈ। ਆਪ ਖੇਲ ਰਚਾਇਆ। ਆਪ ਹੀ ਇਹ ਸਾਰੇ ਜਗਤ ਦੀ ਖੇਡ ਤੁਸੀਂ ਰਚੀ ਹੋਈ ਹੈ। ਤ੍ਰੈ ਗੁਣ ਆਪ ਸਿਰਜਿਆ। ਇਹ ਤਿੰਨਾਂ ਗੁਣਾਂ ਦੀ ਮਾਇਆ ਆਪ ਜੀ ਨੇ ਸਿਰਜੀ ਹੈ। ਖਾਲਸਾ ਜੀ ਇਹ ਤਿੰਨ ਗੁਣਾਂ ਦੀ ਖੇਡ ਬੜੀ ਨਿਰਾਲੀ ਹੈ। ਤ੍ਰੈ ਸ਼ਬਦ ਜਿਹੜਾ ਨਾ, ਕਰਮ ਵੀ ਤਿੰਨ ਪ੍ਰਕਾਰ ਦੇ ਨੇ, ਕਿਰਿਆਮਾਨ, ਸੰਚਿਤ ਤੇ ਪ੍ਰਾਰਬਧ। ਤ੍ਰੈ ਹੀ ਗੁਣ ਨੇ, ਰਜੋ, ਤਮੋ ਤੇ ਸਤੋ। ਤਿੰਨ ਹੀ ਸਾਡੇ ਸਰੀਰ ਦੇ ਵਿੱਚ ਨਾੜੀਆਂ ਕਹੀਆਂ ਜਾਂਦੀਆਂ ਨੇ, ਈੜਾ, ਪਿੰਗਲਾ ਤੇ ਸੁਸ਼ਮਨਾ।
ਤਿੰਨ ਹੀ ਨਦੀਆਂ ਦਾ ਬੜਾ ਉੱਤਮ ਸੰਗਮ ਮੰਨਿਆ ਜਾਂਦਾ, ਗੰਗਾ, ਯਮੁਨਾ ਤੇ ਸਰਸਵਤੀ। ਤੋ ਤ੍ਰੈ ਗੁਣ ਦੀ ਖੇਡ ਬੜੀ ਨਿਰਾਲੀ। ਤੋ ਸਮਾਂ ਨਹੀਂ ਹੈ ਕਿ ਇਹਦੇ ਬਾਰੇ ਵਿਚਾਰ ਕਰੀਏ। ਕਹਿੰਦੇ ਤਿੰਨਾਂ ਗੁਣਾਂ ਦੀ ਖੇਡ ਵਾਹਿਗੁਰੂ ਨੇ ਆਪ ਹੀ ਸਿਰਜੀ ਹੈ। ਮਾਇਆ ਮੋਹ ਵਧਾਇਆ, ਔਰ ਮਾਇਆ ਦਾ ਮੋਹ ਸੰਸਾਰ ਦੇ ਜੀਵਾਂ ਵਿੱਚ ਵਧਾ ਦਿੱਤਾ ਤ੍ਰੈ ਗੁਣੀ ਮਾਇਆ ਨੂੰ ਸਿਰਜ ਕੇ। ਵਿੱਚ ਹਉਮੈ ਲੇਖਾ ਮੰਗੀਐ, ਲੇਖਾ ਕਿਉਂ ਮੰਗਿਆ ਜਾਂਦਾ? ਕਿਉਂਕਿ ਜੇ ਹਉਮੈ ਤੇ ਲੇਖਾ ਮੰਗਿਆ ਜਾਏਗਾ, ਜੇ ਮੈਂ ਹੈ ਤਾਂ ਲੇਖਾ ਮੰਗਿਆ ਹੀ ਜਾਣਾ। ਤੇ ਜੇ ਤੂੰ ਹੀ ਤੂੰ ਹੈ ਮੈਂ ਹਾਂ ਹੀ ਨਹੀਂ, ਤੇ ਫਿਰ ਲੇਖਾ ਕਿਹਦੇ ਕੋਲੋਂ ਮੰਗਣਾ? ਆਪਣੀ ਹਸਤੀ ਰੱਖਾਂਗੇ ਤੇ ਲੇਖਾ ਦੇਣਾ ਪਏਗਾ ਨਾ। ਜੇ ਆਪਣੀ ਹਸਤੀ ਹੋਈ ਨਾ ਤੇ ਫਿਰ ਕਾਹਦਾ ਲੇਖਾ? ਕਹਿੰਦੇ ਜਦੋਂ ਹਉਮੈ ਹੈ ਫਿਰ ਲੇਖਾ ਮੰਗਿਆ ਜਾਏਗਾ। ਫਿਰ ਆਵੈ ਜਾਇਆ, ਉਸੇ ਹਉਮੈ ਕਰਕੇ ਇਹਨੂੰ ਫਿਰ ਮੁੜ ਕੇ ਆਉਣਾ ਜਾਣਾ ਪਵੇਗਾ। ਜਿਨ੍ਹਾਂ ਹਰ ਆਪ ਕਿਰਪਾ ਕਰੇ, ਜਿਨ੍ਹਾਂ ਤੇ ਹਰੀ ਪ੍ਰਭੂ ਨੇ ਆਪ ਆਪਣੀ ਕਿਰਪਾ ਕੀਤੀ ਹੈ, ਸੇ ਗੁਰ ਸਮਝਾਇਆ। ਉਹਨਾਂ ਨੂੰ ਗੁਰੂ ਨੇ ਗੱਲ ਸਮਝਾ ਦਿੱਤੀ ਹੈ। ਆਪਾਂ ਹੁਣ ਸਾਰੇ ਸਮਝ ਰਹੇ ਹਾਂ, ਸਤਿਗੁਰੂ ਸਮਝਾ ਰਹੇ ਆ। ਜਿਨ੍ਹਾਂ ਤੇ ਸਤਿਗੁਰਾਂ ਨੇ ਆਪਣੀ ਕਿਰਪਾ ਕੀਤੀ ਹੈ ਉਹਨਾਂ ਨੂੰ ਸਤਿਗੁਰੂ ਜੀ ਨੇ ਇਹ ਸਾਰੀ ਖੇਡ ਸਮਝਾ ਦਿੱਤੀ। ਬਲਿਹਾਰੀ ਗੁਰ ਆਪਣੇ ਗੁਰੂ ਤੋਂ ਬਲਿਹਾਰ ਜਾਈਏ, ਆਪਣੇ ਗੁਰੂ ਤੋਂ ਵਾਰੇ ਜਾਈਏ। ਸਦਾ ਘੁਮਾਇਆ, ਮੈਂ ਘੁਮਾ ਜਾਵਾਂ। ਪਰਕਰਮਾ ਕਰਦੇ ਆ ਨਾ ਗੁਰੂ ਸਾਹਿਬ ਦੀ ਨਮਸਕਾਰ ਕਰਕੇ। ਪਰਕਰਮਾ ਕਰਨ ਦਾ ਮਤਲਬ ਹੀ ਇਹ ਹੈ ਵਾਰੇ ਜਾਣਾ। ਆ ਜਦੋਂ ਪਰਕਰਮਾ ਕਰਦੇ ਆ ਨਾ ਸਾਹਿਬਾਂ ਦੀ, ਚਾਹੇ ਦਰਬਾਰ 'ਚ ਤੁਸੀਂ ਨਮਸਕਾਰ ਕਰੋ, ਗੁਰੂ ਗ੍ਰੰਥ ਪਰਕਰਮਾ ਕਰਦੇ ਆ ਚਾਰੇ ਪਾਸੇ, ਉਹ ਪਰਕਰਮਾ ਦਾ ਮਤਲਬ ਹੀ ਇਹ ਹੈ ਵਾਰੇ ਜਾਣਾ, ਆਪਣੇ ਗੁਰੂ ਤੋਂ ਬਲਿਹਾਰ ਜਾਣਾ। ਮਹਾਰਾਜ ਤੁਹਾਡੇ ਤੋਂ ਵਾਰੇ ਜਾਈਏ, ਬਲਿਹਾਰ ਜਾਈਏ। ਐਸੇ ਗੁਰ ਕੋ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਐਸੇ ਸਾਹਿਬ ਤੋਂ ਬਲਿਹਾਰ ਜਾਈਏ। ਸਤਿਗੁਰੂ ਜੀ ਦਾ ਪਾਵਨ ਸ਼ਬਦ ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਸਾਧ ਸੰਗਤ ਜੀ ਬੇਨਤੀ ਹੈ, ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਦੇ ਮੁਤਾਬਕ, ਭਾਵੇਂ ਮੱਘਰ ਦਾ ਮਹੀਨਾ ਪਰ ਇਹ ਪੁੰਨਿਆ ਕੱਤਕ ਦੀ ਗਿਣੀ ਜਾਂਦੀ ਹੈ। ਤੋਂ 25, 26 ਔਰ 27 ਤਰੀਕ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਸਾਹਿਬ ਲੋਧੀ ਵਿਖੇ, ਜਿੱਥੇ ਖਾਲਸੇ ਪੰਥ ਨੇ ਮੁੱਢ ਤੋਂ ਜਦੋਂ ਪੰਜਾਬ ਦੀ ਵੰਡ ਹੋਈ 47 ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਣ ਦਾ ਫੈਸਲਾ ਨਨਕਾਣਾ ਸਾਹਿਬ ਦੀ ਬਜਾਏ ਸੁਲਤਾਨਪੁਰ ਸਾਹਿਬ ਕੀਤਾ, ਕਿਉਂਕਿ ਨਨਕਾਣਾ ਸਾਹਿਬ ਸਾਰੇ ਜਾ ਨਹੀਂ ਸੀ ਸਕਦੇ। ਤੋ ਇਹ ਸਾਡਾ ਦੂਜਾ ਨਨਕਾਣਾ ਹੈ ਸੁਲਤਾਨਪੁਰ ਸਾਹਿਬ। 25, 26, 27 ਨਵੰਬਰ ਨੂੰ ਸਤਿਗੁਰਾਂ ਦੇ ਉੱਥੇ ਪੁਰਬ ਮਨਾਏ ਜਾ ਰਹੇ ਨੇ। ਆਪ ਜੀ ਵੱਧ ਚੜ੍ਹ ਕੇ ਹਾਜ਼ਰੀਆਂ ਭਰੋ। ਦੂਸਰੀ ਬੇਨਤੀ ਹੈ ਕਿ ਗੁਰੂ ਸਰ ਸਤਲਾਣੀ ਸਾਹਿਬ ਪਾਤਸ਼ਾਹੀ 6ਵੀਂ ਹੁਸ਼ਿਆਰ ਨਗਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਜੋੜ ਮੇਲੇ ਹਨ 24, 25, 26 ਨਵੰਬਰ ਨੂੰ। ਆਪ ਜੀ ਉੱਥੇ ਵੀ ਹਾਜ਼ਰੀਆਂ ਭਰ ਕੇ ਮਹਾਰਾਜ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਸਮਤ ਪ੍ਰਦਾਨ ਕਰਨ। ਕੋਟਾਨ ਕੋਟ ਸ਼ੁਕਰ ਜਗਤ ਗੁਰੂ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਲਾਗ ਤੇ ਦੀਵਾਨ ਰਹੈਂ, ਗਾਵ ਤੇ ਸੁਜਾਨ ਰਹੈਂ, ਝੂਲ ਤੇ ਨਿਸ਼ਾਨ ਰਹੈਂ, ਪੰਥ ਮਹਾਰਾਜ ਕੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਿਨ੍ਹਾਂ ਹਰ ਆਪ ਕਿਰਪਾ ਕਰੇ, ਸੇ ਗੁਰ ਸਮਝਾਇਆ। ਬਲਿਹਾਰੀ ਗੁਰ ਆਪਣੇ ਸਦਾ ਘੁਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।